ਆਪ ਜੀ ਸੁਣ ਰਹੇ ਹੋ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਦੂਜਾ ਪਾਸਾ ਪੰਜਵੇਂ ਭਾਗ ਵਿੱਚ। ਅੱਜ ਸੁਣੋ ਜੰਗ ਦੀਆਂ ਮਹਾਨ ਪ੍ਰਾਪਤੀਆਂ ਅਤੇ ਮਹਾਸ਼ਕਤੀ ਬਣਨ ਵਾਲਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਗ ਦੀਆਂ ਮਹਾਨ ਪ੍ਰਾਪਤੀਆਂ। ਇੱਕ ਪ੍ਰੈਸ ਵਾਲੇ ਨੇ ਪ੍ਰਧਾਨ ਬੁਸ਼ ਉੱਤੇ ਨਿਸ਼ਾਨਾ ਬੰਨ੍ਹ ਕੇ ਆਪਣੇ ਛਿੱਤਰ ਵਗਾ ਕੇ ਮਾਰੇ। ਇਸ ਜੁਰਮ ਲਈ ਉਸ ਨੂੰ 3 ਸਾਲ ਦੀ ਸਜ਼ਾ ਹੋ ਗਈ। ਵਿਚਾਰੇ ਬੁਸ਼ ਨੂੰ ਤਾਂ ਕੁਝ ਵੀ ਨਹੀਂ ਮਿਲਿਆ। ਉਸ ਨੇ ਕਿੰਨੀ ਮਿਹਨਤ ਨਾਲ ਇਰਾਕ ਦੀ ਜੰਗ ਘੜੀ, ਪੂਰੇ ਦੇਸ਼ ਨੂੰ ਤਹਿਸ਼ ਨਹਿਸ਼ ਕਰ ਦਿੱਤਾ। ਲੜਨ ਲਈ ਇਰਾਕੀ ਫੌਜ ਨਹੀਂ ਲੱਭੀ ਤਾਂ ਮਸਾਂ 14 ਕੁ ਲੱਖ, ਜਿੰਨੀ ਅੱਜ ਅੰਮ੍ਰਿਤਸਰ ਸ਼ਹਿਰ ਦੀ ਵਸੋਂ ਹੈ, ਸ਼ਹਿਰੀਆਂ ਨੂੰ ਪ੍ਰਭੂ ਚਰਨਾਂ ਵਿੱਚ ਭੇਜ ਸਕਿਆ। 50 ਲੱਖ ਲੋਕਾਂ ਨੂੰ ਘਰੋਂ ਬੇਘਰ ਕਰਕੇ ਇੱਕ ਦੂਜੇ ਦੇ ਕੋਲ ਜਾ ਕੇ ਰਲ ਮਿਲ ਕੇ ਰਹਿਣ ਦੀ ਜਾਚ ਸਿਖਾਈ। 30 ਲੱਖ ਸ਼ਹਿਰੀਆਂ ਨੂੰ ਆਂਢੀ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਗੰਢਣ ਲਈ ਉੱਥੇ ਚਲੇ ਜਾਣ ਲਈ ਮਜਬੂਰ ਕੀਤਾ। ਇਰਾਕ ਦੀਆਂ ਯੂਨੀਵਰਸਿਟੀਆਂ, ਹਸਪਤਾਲਾਂ, ਸਾਇੰਸ ਅਦਾਰਿਆਂ ਵਿੱਚੋਂ ਚੁਣ ਕੇ ਸੋਚ ਸਕਣ ਵਾਲਿਆਂ ਦਾ ਮਨੁੱਖੀ ਜਾਮਾ ਖਤਮ ਕਰਕੇ ਫਰਿਸ਼ਤੇ ਬਣਾਇਆ। ਸਾਰੇ ਇਰਾਕ ਦੀ ਸੇਵਾ ਸੰਭਾਲ ਅਤੇ ਰੱਖਿਆ ਆਦਿ ਲਈ ਆਪਣੇ ਦੇਸ਼ ਦੀ ਕੁੱਲ ਫੌਜ ਦੀਆਂ ਸੇਵਾਵਾਂ ਅਰਪਣ ਕਰਨ ਦਾ ਕਾਰਜ ਸੰਪੰਨ ਕੀਤਾ। ਇੰਨੇ ਮਹਾਨ ਕੰਮਾਂ ਲਈ ਬੁਸ਼ ਨੂੰ ਕੁਝ ਵੀ ਨਹੀਂ ਮਿਲਿਆ। ਵਿਚਾਰਾ ਆਪਣਾ 8 ਸਾਲਾ ਕੰਮ ਆਪਣੇ ਆਉਣ ਵਾਲੇ ਸਾਥੀ ਓਬਾਮਾ ਦੇ ਹਵਾਲੇ ਅਧੂਰਾ ਛੱਡ ਗਿਆ। ਪ੍ਰਧਾਨ ਬੁਸ਼ ਦਾ ਨਾਮ ਵੀ ਉਹਨਾਂ ਪ੍ਰਧਾਨਾਂ ਦੇ ਨਾਲ ਹੀ ਲਿਖਿਆ ਗਿਆ ਜਿਨ੍ਹਾਂ ਨੇ ਕੋਰੀਆ ਦੀ ਜੰਗ, ਵੀਅਤਨਾਮ ਦੀ ਜੰਗ, ਅਫਗਾਨਿਸਤਾਨ ਦੀ ਜੰਗ, ਕੋਸੋਵੋ ਦੀ ਜੰਗ ਆਦਿ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਆਪਣੇ ਨਾਂ ਉਕਰੇ। ਸ਼ਾਬਾਸ਼ ਬਈ ਸਾਡੀਆਂ ਅਖਬਾਰਾਂ, ਮੈਗਜ਼ੀਨਾਂ ਅਤੇ ਟੀਵੀ ਚੈਨਲਾਂ ਦੇ, ਜੋ ਖਾਸ ਤੌਰ 'ਤੇ ਪਿਛਲੇ 9 ਸਾਲਾਂ ਤੋਂ ਸੱਚਾਈ ਦਾ ਸਾਥ ਦਿੰਦਿਆਂ ਪ੍ਰਧਾਨ ਬੁਸ਼, ਉਸ ਦੀ ਸਰਕਾਰ ਅਤੇ ਉਸ ਦੀਆਂ ਫੌਜਾਂ ਦੀਆਂ ਸਰਗਰਮੀਆਂ ਨੂੰ ਸਹੀ ਢੰਗ ਨਾਲ ਬਿਆਨ ਕਰਦੀਆਂ ਆ ਰਹੀਆਂ ਹਨ। ਬੁਸ਼ ਸਰਕਾਰ ਨੇ ਆਪਣੇ ਵੱਲੋਂ ਪੂਰੀ ਖਬਰਦਾਰੀ ਰੱਖਦਿਆਂ ਹੋਇਆਂ ਇੱਥੋਂ ਬੇਅੰਤ ਪੱਤਰਕਾਰ ਵੀਰਾਂ ਨੂੰ ਆਪਣੇ ਦੇਸ਼ ਵਿੱਚ ਸੈਰ ਸਪਾਟੇ ਅਤੇ ਹੋਰ ਸਿਖਲਾਈ ਲਈ ਬੁਲਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ। ਜਿਹੜੇ ਵੀ ਪੱਤਰ ਨਵੀਸ ਟੂਰ ਲਗਾ ਕੇ ਆਉਂਦੇ ਹਨ, ਉਹਨਾਂ ਦੀ ਕਲਮ ਪਹਿਲਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੋ ਕੇ ਬੁਸ਼ ਦੇਸ਼ ਦੀ ਅਮਨ ਨੀਤੀਆਂ ਦੀ ਸ਼ਲਾਘਾ ਕਰਦੀ ਹੈ ਅਤੇ ਉਸ ਦੇ ਬੇਨਾਮ ਵਿਰੋਧੀਆਂ ਦੇ ਪਰਖਰਚੇ ਉਡਾਉਂਦੀ ਹੈ। ਅਸੀਂ ਪੜ੍ਹਦੇ ਆ ਰਹੇ ਹਾਂ ਕਿ ਇਨਸਾਨ ਦੀ ਹੈਰਾਨਕੁਨ ਤਰੱਕੀ ਲਈ ਜ਼ਿੰਮੇਵਾਰ ਹਨ ਜੰਗਾਂ ਅਤੇ ਜੰਗਾਂ ਦੀਆਂ ਤਿਆਰੀਆਂ। ਬੇਅੰਤ ਖੋਜਾਂ ਵਿੱਚੋਂ ਕਈ ਖੋਜਾਂ ਸ਼ਹਿਰੀਆਂ ਦੇ ਕੰਮ ਆ ਕੇ ਜ਼ਿੰਦਗੀ ਵਿੱਚ ਇਨਕਲਾਬ ਲੈ ਆਉਂਦੀਆਂ ਹਨ। ਅੱਜ ਕੱਲ੍ਹ ਦੀਆਂ ਜੰਗਾਂ ਲਈ ਜ਼ਰੂਰੀ ਹੈ ਕਿ ਜੰਗ ਛੇੜਨ ਲਈ ਕੋਈ ਪੁਖਤਾ ਬਹਾਨਾ ਘੜਿਆ ਜਾਵੇ ਅਤੇ ਉਸ ਬਹਾਨੇ ਨੂੰ ਸਾਰੇ ਜਗਤ ਵਿੱਚ ਪ੍ਰਵਾਨ ਚੜ੍ਹਾਉਣ ਲਈ ਕੁੱਲ ਦੁਨੀਆ ਦੇ ਮੀਡੀਆ ਭਾਵ ਅਖਬਾਰਾਂ ਅਤੇ ਟੀਵੀ ਨੂੰ ਬਖੂਬੀ ਵਰਤਿਆ ਜਾਵੇ। ਖਬਰਾਂ ਖਿਲਾਰਨ ਅਤੇ ਉਭਾਰਨ ਉੱਤੇ ਪੂਰੀ ਜਕੜ ਹੋਵੇ। ਸਾਡੇ ਦੇਸ਼ ਦੇ ਸਾਰੇ ਚੈਨਲਾਂ ਨੂੰ ਪੂਰੀ ਆਜ਼ਾਦੀ ਰਹੀ ਹੈ ਕਿ ਉਹ ਜਦੋਂ ਲੋੜ ਪਵੇ ਵਰਤ ਲਏ ਜਾਣ। ਕਈ ਚੈਨਲ ਤਾਂ ਦੇਸੀ ਹੋ ਕੇ ਵੀ ਨਾ ਬਾਹਰ ਦੇ ਵਰਤਦੀਆਂ ਹਨ। ਇਹ ਤਾਂ ਦੋਸਤੀ ਦੀ ਨਿਸ਼ਾਨੀ ਹੈ, ਗੁਲਾਮੀ ਦੀ ਨਹੀਂ। ਬਹਾਨੇ ਇਹੋ ਜਿਹੇ ਹੋਣੇ ਚਾਹੀਦੇ ਹਨ ਕਿ ਆਪਣੇ ਘਰ ਦੇ ਅੰਦਰ ਵੀ ਪ੍ਰਵਾਨ ਹੋਣ। ਇਸੇ ਲਈ ਦਿਨ ਰਾਤ ਇਹ ਪ੍ਰਾਪੇਗੰਡਾ ਚੱਲਦਾ ਰਹਿਣਾ ਚਾਹੀਦਾ ਹੈ। ਕਰੀਬ ਅੱਧੀ ਸਦੀ ਪਹਿਲਾਂ ਇਹ ਕਿਹਾ ਗਿਆ ਸੀ ਕਿ ਅਮਰੀਕਾ ਦੇਸ਼ ਨੂੰ ਕਮਿਊਨਿਜ਼ਮ ਤੋਂ ਖਤਰਾ ਹੈ। ਇਸ ਲਈ ਬੇਅੰਤ ਜਾਣੀਆਂ ਪਛਾਣੀਆਂ ਨਿਰਦੋਸ਼ ਸ਼ਖਸੀਅਤਾਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਸਾਰੇ ਦੇਸ਼ ਨੂੰ ਡਰ ਦਾ ਤਈਆ ਤਾਪ ਚੜ੍ਹ ਜਾਂਦਾ ਹੈ। ਜਿਗਰੀ ਦੋਸਤ ਆਪਸ ਵਿੱਚ ਖਿਆਲ ਵਟਾਂਦਰਾ ਕਰਨ ਤੋਂ ਡਰਨ ਲੱਗ ਪੈਂਦੇ ਹਨ। ਇਸ ਮਾਹੌਲ ਵਿੱਚ ਹੀ ਕੋਰੀਆ ਦੀ ਜੰਗ ਸ਼ੁਰੂ ਕੀਤੀ ਜਾਂਦੀ ਹੈ। ਫਿਰ ਵੀਅਤਨਾਮ ਵਿੱਚ ਜੰਗ ਚਾਲੂ ਕੀਤੀ ਜਾਂਦੀ ਹੈ। ਇਹਨਾਂ ਜੰਗਾਂ ਵਿੱਚ ਬੇਅੰਤ ਬੁਸ਼ ਦੇਸ਼ ਦੇ ਲੋਕ ਸ਼ਹੀਦ ਜਾਂ ਜ਼ਖਮੀ ਹੋ ਜਾਂਦੇ ਹਨ। ਕੋਰੀਆ ਦੇ 30 ਲੱਖ 1/3 ਆਬਾਦੀ ਅਤੇ ਵੀਅਤਨਾਮ ਦੇ 35 ਲੱਖ ਲੋਕ ਤਾਂ ਮਰ ਕੇ ਨਰਕਾਂ ਵਿੱਚ ਚਲੇ ਗਏ ਹੋਣਗੇ। ਕੀੜਿਆਂ ਮਕੌੜਿਆਂ ਲਈ ਹੋਰ ਕਿਹੜੀ ਥਾਂ ਹੈ। ਕੋਰੀਆ ਅਤੇ ਵੀਅਤਨਾਮ ਦੀਆਂ ਜੰਗਾਂ ਵੇਲੇ ਇੱਕ ਵੱਡੀ ਗਲਤੀ ਹੋ ਗਈ। ਅਸੂਲ ਹੈ ਕਿ ਹਮਲਾ ਉਸ ਦੇਸ਼ ਉੱਤੇ ਕੀਤਾ ਜਾਵੇ ਜੋ ਅਤ ਕਮਜ਼ੋਰ ਅਤੇ ਯਤੀਮ ਜਿਹਾ ਹੋਵੇ ਅਤੇ ਜਿਸ ਦੀ ਮਦਦ ਉੱਤੇ ਕੋਈ ਧਿਰ ਨਾ ਉਤਰੇ।
ਇਹ ਅਸੂਲ ਬੇਅੰਤ ਵਾਰ ਛੋਟੇ ਮੁਲਕਾਂ ਉੱਤੇ ਵਰਤਿਆ ਗਿਆ ਹੈ ਅਤੇ ਸਦਾ ਕਾਮਯਾਬੀ ਰਹੀ ਹੈ। ਪਰ ਕੋਰੀਆ ਅਤੇ ਵੀਅਤਨਾਮ ਦੀ ਵਾਰੀ ਰੂਸ ਅਤੇ ਚੀਨ ਦੀ ਮਦਦ ਨਾਲ ਇਤਿਹਾਦੀ ਅਤੇ ਆਜ਼ਾਦੀ ਅਤੇ ਖੁਸ਼ਹਾਲੀ ਦੀਆਂ ਫੌਜਾਂ ਨੇ ਬਹੁਤ ਮਾਰ ਖਾਧੀ। ਕਿੱਥੇ ਸਮੁੰਦਰੋਂ ਪਾਰ ਆ ਕੇ ਕਿਸੇ ਦੇ ਘਰ ਅੰਦਰ ਵੜ ਕੇ ਲੜਾਈ ਲੜੀ। ਅੰਦਰਲਿਆਂ ਲਈ ਤਾਂ ਲੜਨ ਮਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਕੋਰੀਆ ਵਿੱਚ ਤਾਂ ਜੰਗਬੰਦੀ ਹੋ ਗਈ, ਜਿੱਥੋਂ ਸਮੁੰਦਰੋਂ ਪਾਰੋਂ ਆਏ ਅਮਰੀਕਨ ਝੰਡਾ ਬਰਦਾਰ ਅੱਜ 56 ਸਾਲ ਪਿੱਛੋਂ ਵੀ ਤਿਆਰ ਬਰ ਤਿਆਰ ਫੌਜੀ ਅੱਡਿਆਂ ਵਿੱਚ ਡਟੇ ਹੋਏ ਹਨ। ਮਾਨੋ ਇਤਿਹਾਸ ਇੱਕ ਥਾਂ ਪੱਥਰ ਵਾਂਗ ਜੰਮ ਗਿਆ ਹੈ। ਇਸ ਮੁਹਾਜ ਨੂੰ ਗਰਮਾਉਣ ਲਈ ਬਾਰ-ਬਾਰ ਯਤਨ ਕੀਤੇ ਜਾ ਰਹੇ ਹਨ, ਕਿਉਂਕਿ ਉੱਤਰ ਕੋਰੀਆ ਨੂੰ ਇੱਕਦਮ ਇਲਜ਼ਾਮ ਅਤੇ ਦੁਨੀਆ ਲਈ ਖਤਰਾ ਦੱਸਿਆ ਜਾ ਰਿਹਾ ਹੈ। ਕੁੱਲ ਦੁਨੀਆ ਦਾ ਮੀਡੀਆ ਇੱਕ ਜ਼ਬਾਨ ਬੋਲ ਰਿਹਾ ਹੈ, ਕਿਉਂਕਿ ਉਸ ਨੂੰ ਕੰਟਰੋਲ ਕਰਨ ਵਾਲਾ ਵੀ ਇੱਕੋ ਹੀ ਕੇਂਦਰ ਹੈ। ਵੀਅਤਨਾਮ ਦੀ ਜੰਗ ਦਾ ਮੈਚ ਫੈਸਲਾਕੁਨ ਰਿਹਾ। ਬੁਸ਼ ਦੇਸ਼ ਅੰਤ ਨੂੰ ਸਿਰ ਉੱਤੇ ਪੈਰ ਰੱਖ ਕੇ ਇੱਕ ਸਿਪਾਹੀ ਨੂੰ ਹੈਲੀਕਾਪਟਰ, ਹਵਾਈ ਜਹਾਜ਼ ਅਤੇ ਸਮੁੰਦਰੀ ਬੇੜੇ ਦੀ ਮਦਦ ਨਾਲ ਕੱਢ ਕੇ ਲੈ ਗਿਆ। ਮੀਡੀਆ ਨੇ ਇਸ ਵਾਪਸੀ ਨੂੰ ਵੀ ਇੱਕ ਫਤਿਹ ਦੇ ਰੂਪ ਵਿੱਚ ਵਿਖਾਇਆ, ਕਿਉਂਕਿ ਕਮਿਊਨਿਜ਼ਮ ਨੂੰ ਵੀ ਵੀਅਤਨਾਮ ਵਿੱਚ ਠੋਕ ਦਿੱਤਾ ਗਿਆ ਤਾਂ ਜੋ ਕਿਧਰੇ ਉਹ ਆਪਣੇ ਦੇਸ਼ ਵਿੱਚ ਨਾ ਆ ਵੜੇ। ਇਨਸਾਨੀ ਤਰੱਕੀ ਨੂੰ ਜਾਰੀ ਰੱਖਦਿਆਂ ਹੋਇਆਂ ਹਮਲੇ ਦੀ ਵਿਧੀ ਅਤੇ ਅੰਤਮ ਨਿਸ਼ਾਨੇ ਸੋਧ ਲਏ ਗਏ। ਜ਼ਾਹਰ ਹੈ ਹਮਲਾ ਤਾਂ ਉਸ ਉੱਤੇ ਹੋਵੇਗਾ ਜਿੱਥੇ ਕਬਜ਼ਾ ਜਾਂ ਕੰਟਰੋਲ ਕੀਤਿਆਂ ਕੋਈ ਫੌਜੀ ਅਹਿਮੀਅਤ ਦੀ ਪਹਿਲ ਮਿਲਦੀ ਹੋਵੇ ਜਾਂ ਕੋਈ ਵੱਡਾ ਆਰਥਿਕ ਲਾਭ ਆਪਣੀਆਂ ਕੰਪਨੀਆਂ ਨੂੰ ਮਿਲਦਾ ਹੋਵੇ, ਅਤੇ ਜਾਂ ਫਿਰ ਅਜਿਹੇ ਕਦਮ ਦੇ ਨਾਲ ਅੰਤਮ ਦੁਸ਼ਮਣ ਰੂਸ ਅਤੇ ਚੀਨ ਦੀਆਂ ਜੜ੍ਹਾਂ ਕੱਟੀਦੀਆਂ ਹੋਣ। ਹਮਲਾ ਉੱਥੇ ਕਰਨਾ ਹੈ ਜਿੱਥੋਂ ਵਾਪਸ ਨਾ ਆਉਣਾ ਹੋਵੇ। ਉੱਥੋਂ ਦੇ ਸਮਾਜ ਅਤੇ ਸਰਕਾਰ ਨੂੰ ਤੋੜ ਭੰਨ ਕੇ ਨਵਾਂ ਆਜ਼ਾਦ ਢਾਂਚਾ ਬਣਾਉਣਾ ਹੈ, ਜਿੱਥੋਂ ਦੀ ਸਰਕਾਰ ਅਤੇ ਨੀਤੀਆਂ ਆਪਣੀ ਮੁੱਠੀ ਵਿੱਚ ਹੋਣ ਅਤੇ ਜਿਸ ਦੇਸ਼ ਵਿੱਚ ਪਰਪੱਕ ਵਿਸ਼ਾਲ ਫੌਜੀ ਅੱਡੇ ਬਣਾਏ ਜਾਣ। ਇਹ ਅੱਡੇ ਇੰਨੇ ਵੱਡੇ ਹਨ ਜਿਨ੍ਹਾਂ ਦੀ ਕਲਪਨਾ ਸਾਡੇ ਜਿਹੇ ਮਾਮੂਲੀ ਦਿਮਾਗਾਂ ਤੋਂ ਬਾਹਰ ਹੈ। ਹਥਿਆਰਾਂ ਦੇ ਜ਼ਖੀਰੇ, ਫੌਜੀਆਂ ਲਈ ਏਅਰ ਕੰਡੀਸ਼ਨਰ ਘਰ, ਹੈਲੀਕਾਪਟਰ, ਟੈਂਕਾਂ ਅਤੇ ਬਿਨਾਂ ਪਾਇਲਟ ਹਵਾਈ ਜਹਾਜ਼ਾਂ ਨਾਲ ਲੈਸ ਹਵਾਈ ਪਟੜੀਆਂ ਅਤੇ ਜ਼ਿੰਦਗੀ ਦੇ ਕੁੱਲ ਐਸ਼ੋ ਆਰਾਮ ਦੇ ਅੱਡੇ, ਜਿੱਥੇ ਉਸ ਦੇਸ਼ ਦੀਆਂ ਔਰਤਾਂ ਅਤੇ ਜਵਾਨ ਕੁੜੀਆਂ ਚੁੱਕ ਲਿਆਂਦੀਆਂ ਜਾਂਦੀਆਂ ਹਨ। ਉਸ ਦੇਸ਼ ਦੇ ਕਾਨੂੰਨ ਬੁਸ਼ ਦੇਸ਼ ਦੇ ਵਾਸੀਆਂ ਉੱਤੇ ਲਾਗੂ ਨਹੀਂ ਹੁੰਦੇ। ਜ਼ਿਆਦਾ ਕੀ ਕਹਿਣਾ ਹੈ, ਬੁਸ਼ ਦੇਸ਼ ਵੱਲੋਂ ਆਜ਼ਾਦ ਦੁਨੀਆ ਦੀਆਂ ਵੰਨਗੀਆਂ ਇਹਨਾਂ ਇਤਿਹਾਸਕ ਅੱਡਿਆਂ ਦੀ ਸ਼ਕਲ ਵਿੱਚ ਰਹਿੰਦੀ ਦੁਨੀਆ ਤੱਕ ਰਹਿਣ ਲਈ ਬਣਾਈਆਂ ਗਈਆਂ ਹਨ। ਪਰ ਇਤਿਹਾਸਕ ਕੰਮ ਇੱਕ ਨਾ ਇੱਕ ਦਿਨ ਸਾਡੇ ਦੇਸ਼ ਵਿੱਚ ਵੀ ਹੋਣ ਦਾ ਡਰ ਹੈ। ਪਰਮਾਤਮਾ ਜ਼ੋਰਾਵਰ ਨੂੰ ਬੇਸ਼ੱਕ ਹੋਰ ਜ਼ੋਰ ਜ਼ਬਰਦਸਤੀ ਬਖਸ਼ੇ, ਪਰ ਸਾਨੂੰ ਥੋੜ੍ਹੀ ਬਹੁਤ ਸੋਝੀ ਵੀ। ਆਮੀਨ। ਮਹਾਸ਼ਕਤੀ ਬਣਨ ਵਾਲਾ। ਇਸ ਸਮੇਂ ਭਾਰਤ ਦੀ ਆਬਾਦੀ 114 ਕਰੋੜ ਤੋਂ ਕਿਤੇ ਉੱਪਰ ਵੱਧਦੀ ਜਾ ਰਹੀ ਹੈ। ਵੋਟ ਦੀ ਸਿਆਸਤ ਕਾਰਨ ਸਭ ਸਿਆਸੀ ਪਾਰਟੀਆਂ ਨੇ ਇਸ ਵਿਸ਼ੇ ਉੱਪਰ ਬੋਲਣਾ ਹੀ ਬੰਦ ਕਰ ਦਿੱਤਾ ਹੈ। ਨੋਬਲ ਪੁਰਸਕਾਰ ਜੇਤੂ ਅਮਿਤਿਆ ਸੇਨ ਮੁਤਾਬਕ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇ ਕੇ ਹੀ ਕੋਈ ਦੇਸ਼ ਤਰੱਕੀ ਦੇ ਰਾਹ 'ਤੇ ਚੱਲਦਾ ਹੈ। ਵਿੱਤ ਮੰਤਰਾਲੇ ਦੀ ਕੁਰਸੀ ਸਭ ਤੋਂ ਤੱਤੀ ਹੈ। ਸਮੱਸਿਆ ਭਰੇ ਦੇਸ਼ ਨੂੰ ਚਲਾਉਣ ਲਈ ਬੇਅੰਤ ਪੈਸੇ ਦੀ ਲੋੜ ਹੈ। ਸਾਡੇ ਦੇਸ਼ ਦਾ ਕੁੱਲ ਬਜਟ ਕਰੀਬ $60 ਬਿਲੀਅਨ ਦੇ ਬਰਾਬਰ ਹੈ। $1 ਬਿਲੀਅਨ 5000 ਕਰੋੜ ਰੁਪਏ ਦੇ ਬਰਾਬਰ ਹੁੰਦਾ ਹੈ। ਬਿਲੀਅਨ ਅਤੇ ਡਾਲਰ ਲਫ਼ਜ਼ਾਂ ਦੀ ਵਰਤੋਂ ਇਸ ਲਈ ਠੀਕ ਰਹਿੰਦੀ ਹੈ ਕਿ ਦੂਜੇ ਦੇਸ਼ਾਂ ਦੇ ਨਾਲ ਟਾਕਰਾ ਕਰਨਾ ਸੌਖਾ ਰਹਿੰਦਾ ਹੈ। ਕਿਸੇ ਦੇਸ਼ ਦੀ ਸ਼ਕਤੀ ਦੋ ਢੰਗਾਂ ਨਾਲ ਮਾਪੀ ਜਾ ਸਕਦੀ ਹੈ, ਮਾਇਕ ਸ਼ਕਤੀ ਅਤੇ ਫੌਜੀ ਸ਼ਕਤੀ। ਸਾਡੇ $60 ਬਿਲੀਅਨ ਦੇ ਬਜਟ ਵਿੱਚੋਂ $19 ਬਿਲੀਅਨ ਫੌਜੀ ਤਾਕਤ ਬਣਾਈ ਰੱਖਣ ਲਈ ਇਸ ਸਾਲ ਵਰਤਿਆ ਜਾਵੇਗਾ। ਬਾਕੀ ਦਾ ਪੈਸਾ ਸਰਕਾਰੀ ਮਸ਼ੀਨ ਨੂੰ ਚਲਾਉਣ, ਵਧਾਉਣ ਅਤੇ ਦੇਸ਼ ਦੇ ਵਿਕਾਸ ਉੱਤੇ ਲਾਇਆ ਜਾਵੇਗਾ। ਪ੍ਰਤੀ ਭਾਰਤੀ ਕਰੀਬ $520 ਦਾ ਬਜਟ ਹੈ। ਰੱਖਿਆ ਅਤੇ ਸਰਕਾਰੀ ਮਸ਼ੀਨਾਂ ਦੀਆਂ ਤਨਖਾਹਾਂ ਬਜਟ ਦਾ ਬਹੁਤ ਵੱਡਾ ਹਿੱਸਾ ਚੂਸ ਲੈਂਦੀਆਂ ਹਨ। ਸਰਕਾਰ ਕਿਸੇ ਦੀ ਵੀ ਪਾਰਟੀ ਦੀ ਹੋਵੇ, ਬਜਟ ਅਜਿਹੀ ਵੰਡ ਲਈ ਮਜਬੂਰ ਹੈ। ਪੰਜਾਬ ਦਾ ਬਜਟ $2.25 ਬਿਲੀਅਨ ਦੇ ਕਰੀਬ ਹੈ, ਭਾਵ ਜੀ ਪ੍ਰਤੀ ਪੂਰੇ ਸਾਲ ਲਈ $70, 3500 ਰੁਪਏ। ਅੱਜ ਕੱਲ੍ਹ ਨਾ ਤਾਂ ਕਹਿਣ ਵਿੱਚ ਝਿਜਕ ਹੁੰਦੀ ਹੈ
ਤੇ ਨਾ ਹੀ ਸੁਣਨ ਵਿੱਚ ਸ਼ਰਮ ਹੁੰਦੀ ਹੈ ਕਿ ਬਜਟ ਖਰਚੇ ਜਾਣ ਵੇਲੇ ਸਰਕਾਰੀ ਮਸ਼ੀਨ ਖਾਣ ਵੱਲ ਵੀ ਪੂਰਾ ਧਿਆਨ ਦਿੰਦੀ ਹੈ। ਸਧਾਰਨ ਅਤੇ ਗਰੀਬ ਵਰਗ ਦੇ ਲੋਕਾਂ ਦੀ ਹਾਲਤ ਵਿੱਚ ਸੁਧਾਰ ਤਸੱਲੀ ਬਖਸ਼ ਨਹੀਂ ਹੈ। ਚੋਣਾਂ ਦੇ ਵੇਲੇ ਉਹਨਾਂ ਨੂੰ ਜ਼ਰੂਰ ਥੋੜ੍ਹੇ ਬਹੁਤ ਮਾਇਕ ਵਸਤੂਨੁਮਾ ਅਤੇ ਨਸ਼ੀਲੇ ਗੱਫੇ ਮਿਲਦੇ ਹਨ। ਕਈ ਸਾਲਾਂ ਤੋਂ ਉਛਾਲਿਆ ਜਾ ਰਿਹਾ ਹੈ ਕਿ ਭਾਰਤ ਮਹਾਂਸ਼ਕਤੀ ਬਣਨ ਵਾਲਾ ਹੈ। ਕਿ ਸਾਡੇ ਸਧਾਰਨ ਲੋਕ ਅਮੀਰ ਹੋ ਜਾਣਗੇ ਜਾਂ ਅਸੀਂ ਕੇਵਲ ਫੌਜੀ ਤੌਰ 'ਤੇ ਮਹਾਨ ਹੋ ਜਾਵਾਂਗੇ। ਮਹਾਂਸ਼ਕਤੀ ਦੇ ਚੱਕਰ ਵਿੱਚ ਇੱਕ ਗੱਲ ਜ਼ਰੂਰ ਹੋਈ ਹੈ ਕਿ ਅਸੀਂ ਗੁੱਟ ਨਿਰਲੇਪ ਦੇਸ਼ਾਂ ਦੇ ਸੰਗਠਨ ਦੇ ਪਹਿਲਾਂ ਵਾਂਗ ਮੋਹਰੀ ਨਹੀਂ ਰਹੇ ਅਤੇ ਕਈ ਢੰਗਾਂ ਨਾਲ ਦੁਨੀਆ ਦੀ ਸਿਆਸੀ ਅਤੇ ਫੌਜੀ ਸ਼ਤਰੰਜ ਵਿੱਚ ਉਲਝਣੇ ਸ਼ੁਰੂ ਹੋ ਗਏ ਹਨ। ਸਾਡਾ ਗੁਆਂਢੀ ਦੇਸ਼ ਤਾਂ ਪਿਛਲੇ 60 ਸਾਲਾਂ ਤੋਂ ਕਿਸੇ ਹੋਰ ਦੇਸ਼ ਦਾ ਮੋਹਰਾ ਬਣ ਕੇ ਅੰਤਰਰਾਸ਼ਟਰੀ ਸ਼ਤਰੰਜ ਵਿੱਚ ਵਰਤਿਆ ਜਾ ਰਿਹਾ ਹੈ। ਇਸ ਵੇਲੇ ਦੁਨੀਆ ਵਿੱਚ ਇੱਕੋ ਇੱਕ ਮਹਾਂਸ਼ਕਤੀ ਹੈ। ਉਸ ਦਾ ਹਥਿਆਰਾਂ ਅਤੇ ਫੌਜਾਂ ਉੱਤੇ ਇੱਕ ਸਾਲ ਦਾ ਖਰਚਾ ਹੈ $700 ਬਿਲੀਅਨ। ਕੁੱਲ ਦੁਨੀਆ ਦੇ ਦੇਸ਼ ਰਲ ਕੇ ਵੀ ਇਸ ਨਾਲੋਂ ਕਈ ਗੁਣਾ ਘੱਟ ਖਰਚ ਕਰਦੇ ਹਨ। ਭੋਲੀ ਭਾਲੀ ਮਹਾਂਸ਼ਕਤੀ ਨੂੰ ਦੂਰ ਦੁਰਾਡੇ ਨਿੱਕੇ ਮੋਟੇ ਦੇਸ਼ਾਂ ਤੋਂ ਬਹੁਤ ਭੈ ਆਉਂਦਾ ਹੈ ਅਤੇ ਇੱਥੋਂ ਦੇ ਲੁਕੇ ਛਿਪੇ ਅੱਤਵਾਦੀਆਂ ਨੂੰ ਮਹਾਂਦੇਸ਼ ਦੀ ਖੁਸ਼ਹਾਲੀ ਪਚਦੀ ਨਹੀਂ। ਇਹ ਅੱਤਵਾਦੀ ਉਹ ਹਨ ਜਿਨ੍ਹਾਂ ਕੋਲ ਹਮਲਾ ਕਰਨ ਦੇ ਕੋਈ ਸਾਧਨ ਨਹੀਂ ਹਨ। ਮਹਾਂਸ਼ਕਤੀ ਨੇ ਦੋਸ਼ ਲਾਇਆ ਹੈ ਕਿ ਇਹਨਾਂ ਦੇ ਅੱਤਵਾਦੀਆਂ ਨੇ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ਨੂੰ ਹਵਾਈ ਜਹਾਜ਼ ਅਗਵਾ ਕਰਕੇ ਅਤੇ ਟਕਰਾ ਕੇ ਤਬਾਹ ਕਰ ਦਿੱਤਾ ਸੀ। ਕੁੱਲ ਸਬੂਤ ਇਸ ਪਰੀ ਕਹਾਣੀ ਦੇ ਖਿਲਾਫ ਜਾਂਦੇ ਹਨ। ਇਹ ਇਮਾਰਤਾਂ ਕਿਸੇ ਸੋਚੀ ਸਮਝੀ ਖੋਜ ਕੀਤੀ ਸਾਜ਼ਿਸ਼ ਦੇ ਨਾਲ ਡਿੱਗੀਆਂ ਗਈਆਂ ਸਨ। ਕੇਵਲ ਜਹਾਜ਼ਾਂ ਦੇ ਵੱਜਣ ਨਾਲ ਇਮਾਰਤਾਂ ਡਿੱਗਣ ਵਾਲੀਆਂ ਨਹੀਂ ਸਨ। ਇਹ ਅੱਜ ਦਾ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਸ ਦਾ ਜ਼ਿਕਰ ਬਾਰ-ਬਾਰ ਹੁੰਦਾ ਰਹੇਗਾ। ਅੱਜ ਲਈ ਤਾਂ ਇਹੋ ਜ਼ਰੂਰੀ ਸਮਝਣਾ ਚਾਹੀਦਾ ਹੈ ਕਿ 9/11 ਸਤੰਬਰ ਦੀ ਆੜ ਵਿੱਚ ਮਹਾਂਸ਼ਕਤੀ ਨੇ ਮੱਧ ਏਸ਼ੀਆ, ਦੱਖਣੀ ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਵਿੱਚ ਬੇਕਸੂਰ ਦੇਸ਼ਾਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਮਹਾਂਸ਼ਕਤੀ ਦੇ ਖਰਚੇ ਵੀ ਮਹਾਂ ਹਨ। ਇਰਾਕ ਜਿਹੇ ਪਿੱਦੇ ਉੱਤੇ ਹਮਲੇ ਅਤੇ ਕਬਜ਼ੇ ਨਾਲ ਲੋਕ ਰਾਜ ਦਾ ਬੂਟਾ ਲਾਉਣ ਲਈ $675 ਬਿਲੀਅਨ ਖਰਚ ਕੀਤੇ ਜਾ ਚੁੱਕੇ ਹਨ ਅਤੇ ਅਫਗਾਨਿਸਤਾਨ ਉੱਤੇ ਹਮਲੇ ਲਈ $225 ਬਿਲੀਅਨ। ਇਸ ਤਰ੍ਹਾਂ ਦੇ ਖਰਚ ਕਰਨ ਵਾਲੀ ਹੀ ਮਹਾਂਸ਼ਕਤੀ ਕਹਿਲਾਈ ਜਾ ਸਕਦੀ ਹੈ। ਹਰ ਹਫ਼ਤੇ 3 ਬਿਲੀਅਨ ਖਰਚ ਕਰਨ ਵਾਲੀ ਮਹਾਂਸ਼ਕਤੀ ਆਪਣੇ ਅਰਥਚਾਰੇ ਨੂੰ ਆਪ ਸੱਟ ਮਾਰ ਰਹੀ ਹੈ। $3 ਬਿਲੀਅਨ ਸਾਡੇ ਪੰਜਾਬ ਦੇ ਸਾਲਾਨਾ ਬਜਟ ਨਾਲੋਂ ਵੀ ਕਿਤੇ ਵੱਧ ਹੈ। ਅੱਜ ਅਫਗਾਨਿਸਤਾਨ, ਇਰਾਕ ਅਤੇ ਪਾਕਿਸਤਾਨ ਜਿਹੇ ਅਸੱਭਿਆ ਦੇਸ਼ਾਂ ਉੱਤੇ ਬੇਅੰਤ ਮਾਰੂ ਹਥਿਆਰਾਂ ਦੀ ਮਦਦ ਨਾਲ ਦੇਸ਼ ਉਸਾਰੀ ਅਤੇ ਉੱਥੋਂ ਦੀ ਜਨਤਾ ਦੇ ਦਿਲਾਂ ਤੱਕ ਪਹੁੰਚਣ ਦੇ ਰਸਤੇ ਲੱਭੇ ਜਾ ਰਹੇ ਹਨ। ਇਰਾਕ ਅਤੇ ਭਾਰਤ ਦੀ ਤਹਿਜ਼ੀਬ ਬਰਾਬਰ ਦੀ ਪ੍ਰਾਚੀਨ ਹੈ। ਇਰਾਕ ਵਿੱਚ ਯੂਫਰੇਟਸ ਅਤੇ ਭਾਰਤ ਵਿੱਚ ਸਰਸਵਤੀ, ਅੱਜ ਦੀ ਘੱਗਰ ਨਦੀ ਦੇ ਦੁਆਲੇ ਮਨੁੱਖ ਨੇ ਡੇਰੇ ਜਮਾ ਕੇ ਖੇਤੀ ਕਰਨੀ ਸ਼ੁਰੂ ਕੀਤੀ। ਚਿਰ ਪਹਿਲਾਂ ਸਰਸਵਤੀ ਦਾ ਪਾਣੀ ਰਾਹ ਬਦਲ ਕੇ ਸਤਲੁਜ ਵਿੱਚ ਰਲ ਗਿਆ। ਯੂਫਰੇਟਸ ਦਾ ਪਾਣੀ ਜੋ ਇਰਾਕੀ ਲੋਕਾਂ ਨੂੰ ਜ਼ਿੰਦਗੀ ਬਖਸ਼ਦਾ ਸੀ, ਅੱਜ ਲਹੂ, ਲੋਥਾਂ ਅਤੇ ਜੰਗੀ ਹਥਿਆਰਾਂ ਦੇ ਜ਼ਹਿਰਾਂ ਨਾਲ ਪਲੀਤ ਹੋ ਗਿਆ ਹੈ। ਇਰਾਕ ਕੁਝ ਹੀ ਸਮਾਂ ਪਹਿਲਾਂ ਬੁਸ਼ ਓਬਾਮਾ ਦੇਸ਼ ਦਾ ਪਰਮ ਮਿੱਤਰ ਸੀ। ਉਸ ਦੇਸ਼ ਦੀ ਬਰਬਾਦੀ ਮਹਾਂਸ਼ਕਤੀ ਦੀ ਸ਼ਤਰੰਜ ਖੇਡ ਵਿੱਚ ਇੱਕ ਸਮੇਂ ਉੱਤੇ ਨਿਯਤ ਕੀਤੀ ਹੋਈ ਸੀ, ਸੋ ਕਰ ਦਿੱਤੀ ਗਈ। ਇਰਾਕੀ ਲੋਕ ਉੱਜੜ ਪੁੱਜੜ ਗਏ। 15 ਲੱਖ ਦੇ ਕਰੀਬ ਸ਼ਹਿਰੀ ਮਾਰੇ ਗਏ। ਪਰ ਦੁਨੀਆ ਦੇ ਕੁੱਲ ਸਹਿਮੇ ਹੋਏ ਦੇਸ਼ਾਂ ਨੇ ਇਰਾਕੀਆਂ ਦੇ ਨਾਲ ਕੋਈ ਹਮਦਰਦੀ ਨਹੀਂ ਪ੍ਰਗਟ ਕੀਤੀ। ਸਾਡਾ ਨਿਰਪੱਖ ਅਤੇ ਆਜ਼ਾਦ ਦੇਸ਼ ਇੰਜ ਸੁੰਨ ਹੋ ਕੇ ਬਹਿ ਗਿਆ ਜਿਵੇਂ ਕੁਝ ਹੋਇਆ ਹੀ ਨਹੀਂ। ਅਮਰੀਕਾ ਦੀ CIA ਦੇ ਅੰਕੜਿਆਂ ਅਨੁਸਾਰ ਅਮੀਰੀ ਦੀ ਲਿਸਟ ਵਿੱਚ ਭਾਰਤ 136 ਨੰਬਰ, ਪਾਕਿਸਤਾਨ 138, ਨੇਪਾਲ 175 ਅਤੇ ਜ਼ਿੰਬਾਬਵੇ ਲਿਸਟ ਵਿੱਚ ਫਾਡੀ 200 ਨੰਬਰ 'ਤੇ ਹਨ। ਅਮਰੀਕਾ 8 ਨੰਬਰ, ਆਸਟ੍ਰੇਲੀਆ 17 ਨੰਬਰ, ਰੂਸ 57 ਨੰਬਰ, ਕਿਊਬਾ 84 ਨੰਬਰ ਅਤੇ ਚੀਨ 106 ਨੰਬਰ ਉੱਤੇ ਹਨ। ਜ਼ਾਹਰ ਹੈ ਰੂਸ ਵੀ ਇੱਕ ਕਮਜ਼ੋਰ ਦੇਸ਼ ਹੈ, ਚੀਨ ਤਾਂ ਹੈ ਹੀ। ਸਾਨੂੰ ਇੱਕ ਮਹਾਂਸ਼ਕਤੀ ਬਣ ਜਾਣ ਬਾਰੇ ਤਾਂ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਆਪਣਾ ਦੇਸ਼ ਸਮਾਜੀ ਅਤੇ ਸਿਆਸੀ ਖੇਤਰ ਵਿੱਚ
ਅਤ ਭ੍ਰਿਸ਼ਟ ਬੇਲੋੜਾ ਖਰਚੀਲੇ ਸੁਭਾਅ ਦਾ ਹੈ। 114 ਕਰੋੜ ਅੱਜ ਦੇ ਦੇਵੀ ਦੇਵਤਿਆਂ ਲਈ ਰੋਟੀ ਕੱਪੜਾ ਅਤੇ ਮਕਾਨ ਦੀ ਸਮੱਸਿਆ ਤੋਂ ਹਾਰ ਖਾਧਾ ਹੋਇਆ ਦੇਸ਼ ਤਰੱਕੀ ਦੀ ਮੰਜ਼ਲ ਵੱਲ ਸਰਪਟ ਦੌੜ ਰਿਹਾ ਹੈ। ਜਦੋਂ ਆਬਾਦੀ 150 ਕਰੋੜ ਟੱਪ ਜਾਵੇਗੀ ਉਦੋਂ ਤੱਕ ਸਭ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਚੁੱਕਿਆ ਹੋਵੇਗਾ। ਹਰ ਪਾਸੇ ਖੁਸ਼ਹਾਲੀ ਹੋਵੇਗੀ ਅਤੇ ਭਿੱਖ ਮੰਗੂ ਦੇਸ਼ਾਂ ਦੀ ਕਤਾਰ ਵਿੱਚ ਇੱਕ ਸਿਰ ਕੱਢ ਮਹਾਸ਼ਕਤੀ ਹੋਵਾਂਗੇ। ਉਦੋਂ ਤੱਕ ਕਈ ਵਾਰ ਮਹਾਮਾਰੀਆਂ, ਸੋਕਿਆਂ ਅਤੇ ਮਹਾਭੁੱਖਮਾਰੀਆਂ ਉੱਤੇ ਕਾਬੂ ਪਾ ਚੁੱਕੇ ਹੋਵਾਂਗੇ। ਸਵਾਲ ਇੱਕ ਹੀ ਹੈ ਕਿ ਦੁਨੀਆ ਦੀ ਇੱਕੋ ਇੱਕ ਮਹਾਸ਼ਕਤੀ ਸਾਨੂੰ ਇੱਕ ਮੁਕਾਬਲੇ ਦੀ ਮਹਾਸ਼ਕਤੀ ਦੇ ਰੂਪ ਵਿੱਚ ਉੱਭਰਨ ਦੇਵੇਗੀ ਜਾਂ ਉਸ ਤੋਂ ਪਹਿਲਾਂ ਹੀ ਇਸ ਦਾ ਇਰਾਕੀਕਰਨ ਕਰਕੇ ਅਜਿਹੇ ਪਲੀਤ ਖਿਆਲਾਂ ਦਾ ਵੀ ਭੋਗ ਪਾ ਦੇਵੇਗੀ। ਕਿਤਾਬ ਦੂਜਾ ਪਾਸਾ, ਲੇਖਕ ਡਾਕਟਰ ਦਲਜੀਤ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ, ਭਾਗ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।